ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਰਿਆਂ ਦਾ ਇਸ ਨਵੀਂ ਵੀਡੀਓ ਵਿੱਚ। ਮੈਨੂੰ ਕਾਫੀ ਦਿਨਾਂ ਤੋਂ ਤੁਹਾਡੀ ਰਿਕੁਐਸਟ ਆ ਰਹੀ ਸੀ ਕਿ ਨਿਊਜ਼ਪੇਪਰ ਰੀਡਿੰਗ ਦੀ ਫੁੱਲ ਵੀਡੀਓ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਆ ਕਰੋ। ਸੋ ਅੱਜ ਇੱਕ ਫੁੱਲ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਆਈ ਹੋਪ ਤੁਹਾਨੂੰ ਅੱਛੀ ਲੱਗੇਗੀ। ਨਿਊਜ਼ਪੇਪਰ ਰੀਡ ਕਰਨ ਦਾ ਇੱਕ ਸਿਸਟਮੈਟਿਕ ਤਰੀਕਾ ਹੁੰਦਾ ਹੈ। ਇਹਦੇ ਵਿੱਚ ਜੋ ਵੀ ਸਾਨੂੰ ਹੈਡਲਾਈਨਸ ਦਿੱਤੀਆਂ ਹੁੰਦੀਆਂ ਨੇ ਜਾਂ ਫਿਰ ਜੋ ਸਾਨੂੰ ਸਬ ਹੈਡਲਾਈਨਸ ਦਿੱਤੀਆਂ ਹੁੰਦੀਆਂ ਨੇ ਉਸ ਨੂੰ ਪੜ੍ਹਨ ਦਾ ਇੱਕ ਤਰੀਕਾ ਹੁੰਦਾ ਹੈ। ਸੋ ਨੋਰਮਲੀ ਜੋ ਮੈਂ ਦ ਟ੍ਰਿਬਿਊਨ ਨਿਊਜ਼ਪੇਪਰ ਪੜ੍ਹਦਾ ਹਾਂ, ਬਹੁਤ ਈਜ਼ੀ ਹੈ ਮੇਰੇ ਵਾਸਤੇ। ਕੋਈ ਦ ਹਿੰਦੁਸਤਾਨ ਟਾਈਮ ਪੜ੍ਹ ਸਕਦਾ ਹੈ, ਕੋਈ ਦ ਟਾਈਮਸ ਆਫ ਇੰਡੀਆ, ਕਿਸੇ ਨੂੰ ਦ ਹਿੰਦੂ ਵਗੈਰਾ ਨਿਊਜ਼ਪੇਪਰ ਅੱਛੇ ਲੱਗਦੇ ਹੋਣਗੇ। ਸੋ ਸਭ ਦੀ ਆਪਣੀ ਆਪਣੀ ਵੋਕੈਬਲਰੀ ਦਾ ਸਟਾਈਲ ਹੁੰਦਾ ਹੈ। ਸੋ ਦ ਟ੍ਰਿਬਿਊਨ ਮੈਂ ਕਾਫੀ ਸਮੇਂ ਤੋਂ ਪੜ੍ਹ ਰਿਹਾ ਹਾਂ। ਸੋ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਵਗੈਰਾ 'ਚ ਦ ਟ੍ਰਿਬਿਊਨ ਕਾਫੀ ਪੋਪੂਲਰ ਹੈ। ਇਹਦੀ ਲੈਂਗੁਏਜ ਵੀ ਕਾਫੀ ਸੋਫਿਸਟੀਕੇਟਿਡ ਹੁੰਦੀ ਹੈ, ਈਜ਼ੀ ਹੁੰਦੀ ਹੈ, ਵੋਕੈਬਲਰੀ ਵੀ ਈਜ਼ੀ ਟੂ ਅੰਡਰਸਟੈਂਡ ਹੁੰਦੀ ਹੈ। ਸੋ ਇਸ ਕਰਕੇ ਮੈਂ ਇਸ ਨੂੰ ਹੀ ਪ੍ਰੈਫਰ ਕਰਦਾ ਹਾਂ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇੱਕ ਨਿਊਜ਼ ਲੈ ਰਹੇ ਹਾਂ। 16 ਜੂਨ ਦੀ ਨਿਊਜ਼ਪੇਪਰ ਹੈ। ਸੋ ਹੈਡਿੰਗ ਹੈ ਲੁਧਿਆਣਾ ਹਾਈਸਟ। ਲੁਧਿਆਣਾ ਵਿੱਚ ਕੁਝ ਦਿਨ ਪਹਿਲਾਂ 10 ਤਰੀਕ ਨੂੰ ਇੱਕ ਬਹੁਤ ਵੱਡੀ ਚੋਰੀ ਹੋਈ ਸੀ, ਸਾਨੂੰ ਸਾਰਿਆਂ ਨੂੰ ਪਤਾ ਹੋਏਗਾ। ਉਸ ਦੇ ਬਾਰੇ ਹੁਣ ਇਨਫੋਰਮੇਸ਼ਨ ਦਿੱਤੀ ਗਈ ਹੈ। ਸੋ ਹੈਡਲਾਈਨ ਵਿੱਚ ਸਭ ਤੋਂ ਪਹਿਲਾਂ ਲਿਖਿਆ ਗਿਆ ਲੁਧਿਆਣਾ ਹਾਈਸਟ, ਯਾਨੀ ਕਿ ਮੈਂਸ਼ਨ ਕਰ ਦਿੱਤਾ ਹੈ ਕਿ ਟੌਪਿਕ ਕੀ ਹੈ। ਲੁਧਿਆਣਾ ਵਿੱਚ ਜਿਹੜੀ ਚੋਰੀ ਹੋਈ ਸੀ ਉਹ ਇਸ ਨਿਊਜ਼ ਦਾ ਮੇਨ ਟੌਪਿਕ ਹੈ। ਹੁਣ ਇਹਦੇ ਵਿੱਚ ਜੋ ਹੈਡਲਾਈਨ ਹੁੰਦੀ ਹੈ ਉਹ ਐਕਚੁਅਲ ਵਿੱਚ ਡਿਟੇਲ ਵਿੱਚ ਨਹੀਂ ਦੱਸੀ ਜਾਂਦੀ, ਸ਼ੋਰਟ ਫੋਰਮ ਵਿੱਚ ਦੱਸੀ ਜਾਂਦੀ ਹੈ, ਪ੍ਰੀਸਾਈਜ਼ ਕਰਕੇ ਦੱਸੀ ਜਾਂਦੀ ਹੈ। ਜੋ ਵੀ ਹੈਡਲਾਈਨ ਹੁੰਦੀ ਹੈ, ਕੋਈ ਵੀ ਨਿਊਜ਼ਪੇਪਰ ਹਮੇਸ਼ਾ ਸ਼ੋਰਟ ਵਿੱਚ ਹੀ ਜੋ ਹੈਡਲਾਈਨ ਹੋਏਗੀ ਉਹਨੂੰ ਦੱਸੇਗਾ। ਸੋ ਸਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਅਸੀਂ ਉਸ ਹੈਡਲਾਈਨ ਤੋਂ ਹੀ ਪਹਿਲਾਂ ਸਾਰੀ ਨਿਊਜ਼ ਦਾ ਮੀਨਿੰਗ ਪਤਾ ਕਰ ਲਈਏ। ਸੋ ਇਹਦੇ ਵਿੱਚ ਹੁਣ ਇਹਨਾਂ ਨੇ ਛੋਟੇ ਛੋਟੇ ਸੈਂਟੈਂਸਿਸ ਬਣਾ ਕੇ ਸਾਨੂੰ ਦੇ ਛੱਡੇ ਨੇ ਕਿ ਇਹ ਇਨਫੋਰਮੇਸ਼ਨ ਹੈ। ਡਿਟੇਲ ਵਿੱਚ ਸਾਨੂੰ ਇੱਥੇ ਪੜ੍ਹਨਾ ਪਏਗਾ ਕਿ ਡਿਟੇਲ ਵਿੱਚ ਇਨਫੋਰਮੇਸ਼ਨ ਕੀ ਹੈ। ਸੋ ਫਸਟ ਲਾਈਨ ਇਹਨਾਂ ਨੇ ਮੇਨ ਹੈਡਿੰਗ ਪਾਇਆ ਲੁਧਿਆਣਾ ਹਾਈਸਟ, ਯਾਨੀ ਕਿ ਲੁਧਿਆਣਾ ਦਾ ਜੋ ਚੋਰੀ ਹੈ, ਜੋ ਲੁਧਿਆਣਾ ਵਿੱਚ ਜੋ ਚੋਰੀ ਹੋਈ ਸੀ ਉਹਦਾ ਮਾਮਲਾ। ₹75 ਲੱਖ ਮੋਰ ਫਾਊਂਡ। ਹੁਣ 75 L ਲਿਖਿਆ ਹੋਇਆ ਹੈ। L ਦਾ ਮਤਲਬ ਲੈਕਸ ਹੋ ਗਿਆ, 75 ਲੱਖ ਰੁਪਏ ਹੋ ਗਿਆ। ਕਿਉਂਕਿ ਮੈਂ ਤੁਹਾਨੂੰ ਅਗੇਨ ਦੱਸ ਰਿਹਾ ਹਾਂ, ਹੈਡਲਾਈਨ ਵਿੱਚ ਹਮੇਸ਼ਾ ਨਿਊਜ਼ਪੇਪਰ ਵਾਲੇ ਸ਼ੋਰਟ ਐਂਡ ਪ੍ਰੀਸਾਈਜ਼ ਕਰਕੇ ਲਿਖਣ ਦੀ ਕੋਸ਼ਿਸ਼ ਕਰਦੇ ਨੇ। ਸੋ ਸਾਨੂੰ ਆਈਡੀਆ ਲਗਾਉਣਾ ਹੋਏਗਾ ਕਿ ਉਹਨਾਂ ਨੇ ਕਿਸ ਪੁਆਇੰਟ ਆਫ ਵਿਊ ਨਾਲ ਕੋਈ ਵਰਡ ਨੂੰ ਲਿਖਿਆ ਹੈ। ਸੋ ₹75 ਲੱਖ ਮੋਰ ਫਾਊਂਡ, ਯਾਨੀ ਕਿ ਹੋਰ ਬਰਾਮਦ ਹੋਏ, ਹੋਰ ਮਿਲੇ। ਫਾਊਂਡ ਦਾ ਮਤਲਬ ਸੈਕਿੰਡ ਫੋਰਮ ਇਹਨਾਂ ਨੇ ਸਿੰਪਲ ਪਾਸਟ ਫੋਰਮ ਨੂੰ ਯੂਜ਼ ਕੀਤਾ ਹੈ, ਫਾਊਂਡ। ਫਾਈਂਡ ਦੀ ਸੈਕਿੰਡ ਫੋਰਮ ਹੁੰਦੀ ਹੈ ਫਾਊਂਡ, ਯਾਨੀ ਕਿ 75 ਲੱਖ ਰੁਪਏ ਹੋਰ ਮਿਲੇ। ਫਿਰ ਇਹਨਾਂ ਨੇ ਕੋਮਾ ਪਾ ਕੇ ਫਿਰ ਨੈਕਸਟ ਉਹਨਾਂ ਨੇ ਲਿਖਿਆ ਹੈ ਟੋਟਲ ਰਿਕਵਰੀ ₹5.7 ਕਰੋੜ। ਹੁਣ ਜੋ ਟੋਟਲ ਰਿਕਵਰੀ ਹੋ ਚੁੱਕੀ ਹੈ ਉਹ 5 ਕਰੋੜ 75 ਲੱਖ ਰੁਪਏ ਦੀ ਹੋ ਚੁੱਕੀ ਹੈ। ਦੈਟ ਮੀਨਸ ਕਿ 5 ਕਰੋੜ ਪਹਿਲਾਂ ਰਿਕਵਰ ਕਰ ਚੁੱਕੇ ਸੀ ਪੁਲਿਸ, 75 ਲੱਖ ਹੋਰ ਮਿਲੇ ਨੇ। ਹੁਣ ਆਪਾਂ ਇਹਨੂੰ ਡਿਟੇਲ ਵਿੱਚ ਸਟੱਡੀ ਕਰਦੇ ਹਾਂ, ਡਿਟੇਲ ਵਿੱਚ ਇਹਨੂੰ ਪੜ੍ਹਦੇ ਹਾਂ ਕਿ ਅੰਦਰ ਜੋ ਇਹਦਾ ਕੰਟੈਂਟ ਆ ਉਹ ਕਿਵੇਂ ਲਿਖਿਆ ਹੋਇਆ। ਹਾਂਜੀ, ਸੋ ਲੁਧਿਆਣਾ ਏਰੀਆ ਦਾ ਇਹਨਾਂ ਨੇ ਨਾਮ ਦੱਸਿਆ ਹੈ ਅਤੇ 15 ਤਰੀਕ ਦੀ ਹੈ ਘਟਨਾ, 15 ਤਰੀਕ ਦੀ ਇਹ ਨਿਊਜ਼ ਹੈ। ਐਕਚੁਅਲ 'ਚ ਇਹ ਨਿਊਜ਼ਪੇਪਰ 16 ਤਰੀਕ ਦਾ ਹੈ, ਲੇਕਿਨ ਨਿਊਜ਼ਪੇਪਰ ਵਿੱਚ ਹਮੇਸ਼ਾ ਇੱਕ ਦਿਨ ਪਹਿਲਾਂ ਦੀ ਜੋ ਇਨਫੋਰਮੇਸ਼ਨ ਹੁੰਦੀ ਹੈ ਉਹੀ ਦੱਸੀ ਜਾਂਦੀ ਹੈ। ਆਈ ਹੋਪ ਸਾਰਿਆਂ ਨੂੰ ਪਤਾ ਹੋਏਗਾ। ਸੋ ਆਪਾਂ ਇਹਨੂੰ ਕੰਟੀਨਿਊ ਕਰ ਰਹੇ ਹਾਂ। ਇਹਦੇ ਵਿੱਚ ਸਟਾਰਟਿੰਗ ਵਿੱਚ ਲਿਖਿਆ ਡਿਊਰਿੰਗ। ਡਿਊਰਿੰਗ ਹੁੰਦਾ ਦੌਰਾਨ, ਕਿਸੇ ਕੰਮ ਦੇ ਦੌਰਾਨ, ਕਿਸੇ ਚੀਜ਼ ਦੇ ਦੌਰਾਨ ਡਿਊਰਿੰਗ ਦਾ ਮਤਲਬ ਹੁੰਦਾ ਹੈ। ਸੋ ਡਿਊਰਿੰਗ ਦਾ ਔਨਗੋਇੰਗ ਇਨਵੈਸਟੀਗੇਸ਼ਨ। ਔਨਗੋਇੰਗ ਮਤਲਬ ਜੋ ਚੱਲ ਰਿਹਾ ਹੈ, ਕੋਈ ਕੰਮ ਚੱਲ ਰਿਹਾ ਹੈ। ਕੰਮ ਕੀ ਚੱਲ ਰਿਹਾ ਹੈ? ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੌਰਾਨ। ਹੁਣ ਇਨਵੈਸਟੀਗੇਸ਼ਨ ਕਿਸ ਮਾਮਲੇ ਵਿੱਚ ਚੱਲ ਰਹੀ ਹੈ? ਇਨਟੂ। ਜਦੋਂ ਅਸੀਂ ਇਨਟੂ ਦਾ ਇਸਤੇਮਾਲ ਕਰਦੇ ਹਾਂ ਦੈਟ ਮੀਨਸ ਕਿ ਕਿਸੇ ਮੈਟਰ, ਕਿਸੇ ਚੀਜ਼, ਕਿਸੇ ਟੌਪਿਕ ਦੇ ਬਾਰੇ ਆਪਾਂ ਉਹਨੂੰ ਡਿਸਕਸ ਕਰ ਰਹੇ ਹਾਂ। ਹੁਣ ਇੱਥੇ ਇਨਵੈਸਟੀਗੇਸ਼ਨ ਲਿਖਿਆ ਹੋਇਆ ਹੈ। ਸੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਟੂ ਕਿਸ ਮਾਮਲੇ ਵਿੱਚ ਚੱਲ ਰਹੀ ਹੈ? ਦ ₹8.49 ਕਰੋੜ ਰੋਬਰੀ। ਤਕਰੀਬਨ 8.5 ਕਰੋੜ ਦੀ ਜੋ ਰੋਬਰੀ ਹੋਈ ਸੀ, ਜੋ ਲੁੱਟ ਹੋਈ ਸੀ, ਚੋਰੀ ਹੋਈ ਸੀ, ਉਸ ਦੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦੌਰਾਨ। ਅੱਛਾ, ਰੋਬਰੀ ਕਿੱਥੇ ਹੋਈ ਸੀ? ਹੁਣ ਇਹਨਾਂ ਨੇ ਡਿਟੇਲ ਵਿੱਚ ਲਿਖਿਆ ਹੈ ਇਨ ਦਾ ਆਫਿਸ। ਕਿਹੜੇ ਆਫਿਸ ਵਿੱਚ ਹੋਈ ਸੀ? CMS ਇਨਫੋ ਸਿਸਟਮ ਲਿਮਿਟਿਡ। ਕੋਈ ਇੱਕ ਕੰਪਨੀ ਹੈ, ਆਰਗੇਨਾਈਜੇਸ਼ਨ ਹੈ, ਇਹਨਾਂ ਦੇ ਆਫਿਸ ਵਿੱਚ ਇੱਕ ਰੋਬਰੀ ਹੋਈ ਸੀ। ਕਦੋਂ ਹੋਈ ਸੀ? ਔਨ ਜੂਨ 10th, 10 ਜੂਨ ਨੂੰ ਰੋਬਰੀ ਹੋਈ ਸੀ। ਸੋ ਉਹਨਾਂ ਨੇ ਇੱਥੇ ਹੁਣ ਕੋਮਾ ਪਾਤਾ ਹੈ। ਦੈਟ ਮੀਨਸ ਕਿ ਇਹ ਸਾਰਾ ਇੱਕ ਕੰਪਲੀਟ ਸੈਂਟੈਂਸ ਹੈ, ਇੱਕ ਕੰਪਲੀਟ ਕਲੋਜ਼ ਹੈ। ਇਹਨਾਂ ਨੇ ਇੱਥੇ ਕੋਮਾ ਪਾ ਕੇ ਇੱਕ ਇਨਫੋਰਮੇਸ਼ਨ ਸਾਨੂੰ ਦੇ ਛੱਡੀ ਹੈ ਕਿ 10 ਜੂਨ ਨੂੰ ਇਸ ਆਫਿਸ ਵਿੱਚ ਇੱਕ ਰੋਬਰੀ ਹੋਈ ਸੀ ਜਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਔਰ ਇਸ ਸਾਰੇ ਦੇ ਦੌਰਾਨ, ਇਸ ਇਨਵੈਸਟੀਗੇਸ਼ਨ ਦੇ ਦੌਰਾਨ ਨੈਕਸਟ ਕਲੋਜ਼ ਵਿੱਚ ਉਹਨਾਂ ਨੇ ਲਿਖਿਆ ਦ ਪੁਲਿਸ ਟੂਡੇ। ਪੁਲਿਸ ਨੇ ਅੱਜ ਕਲੇਮਡ ਟੂ ਹੈਵ ਰਿਕਵਰਡ। ਕਲੇਮ ਦਾ ਮਤਲਬ ਹੁੰਦਾ ਹੈ ਦਾਅਵਾ ਕਰਨਾ। ਸੋ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਰਿਕਵਰ ਕਰ ਲਿੱਤਾ ਹੈ। ਹੈਵ ਟੂ
ਕਲੇਮਡ ਟੂ ਹੈਵ ਰਿਕਵਰਡ, ਕਰ ਚੁੱਕੀ ਹੈ। ਰਿਕਵਰ ਮਤਲਬ ਬਰਾਮਦ ਕਰ ਲੈਣਾ। ਇੱਥੇ ਸਿੰਪਲ ਪ੍ਰੈਜ਼ੈਂਟ ਪਰਫੈਕਟ ਟੈਂਸ ਦਾ ਇਸਤੇਮਾਲ ਕੀਤਾ ਗਿਆ ਹੈ, ਹੈਵ ਔਰ ਵਰਬ ਦੀ ਥਰਡ ਫਾਰਮ ਇਸਤੇਮਾਲ ਕੀਤੀ ਗਈ ਹੈ। ਸੋ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਰਿਕਵਰਡ ਕਰ ਲਿੱਤਾ ਹੈ ਐਨ ਐਡੀਸ਼ਨਲ ਮਤਲਬ ਕੁਝ ਪਹਿਲਾਂ ਰਿਕਵਰ ਕੀਤਾ ਸੀ, ਹੁਣ ਐਡੀਸ਼ਨਲ ਹੋਰ ਰੁਪੀਜ਼ ਜਾਂ ਫਿਰ ਅਮਾਊਂਟ ਰਿਕਵਰ ਕੀਤਾ ਹੈ। ਉਹ ਕਿਹੜਾ ਅਮਾਊਂਟ ਹੈ? 75 ਲੱਖ, ਯਾਨੀ ਕਿ ਕੁਝ ਅਮਾਊਂਟ ਉਹਨਾਂ ਨੇ ਪਹਿਲਾਂ ਰਿਕਵਰ ਕਰ ਲਿਆ ਸੀ, ਹੁਣ ਕੁਝ ਹੋਰ ਰਿਕਵਰ ਕਰ ਚੁੱਕੇ ਹਨ। ਆਫ ਵਿਚ ਦਾ ਮਤਲਬ ਹੈ ਜਿਨ੍ਹਾਂ ਦੇ ਵਿੱਚੋਂ ₹50 ਲੱਖ ਵਾਜ਼ ਫਾਊਂਡ ਇਨ ਅ ਸੈਪਟਿਕ ਟੈਂਕ। ਸੈਪਟਿਕ ਟੈਂਕ ਜਿਵੇਂ ਅਸੀਂ ਘਰਾਂ ਦੇ ਵਿੱਚ ਸੇਫਟੀ ਟੈਂਕ ਜਿਹਨੂੰ ਕਹਿ ਦਿੰਦੇ ਹਾਂ, ਜਿਹਦੇ ਵਿੱਚ ਸਾਡਾ ਵੇਸਟ ਮਟੀਰੀਅਲ ਅਸੀਂ ਸਟੋਰ ਕਰ ਲੈਂਦੇ ਹਾਂ। ਜਿਨ੍ਹਾਂ ਦੇ ਘਰ ਸੀਵਰੇਜ ਕਨੈਕਸ਼ਨ ਨਹੀਂ ਹੁੰਦੇ ਜਾਂ ਪੁਰਾਣੇ ਟਾਈਮ ਵਿੱਚ ਲੋਕ ਆਪਣੇ ਘਰਾਂ ਵਿੱਚ ਖੱਡੇ ਬਣਾ ਲੈਂਦੇ ਸੀ, ਉਹਦੇ ਆਪਣਾ ਸੇਫਟੀ ਵਗੈਰਾ ਜੋ ਸਾਡੀ ਵਾਸ਼ਰੂਮ ਦਾ ਜੋ ਸਾਡਾ ਵੇਸਟ ਮਟੀਰੀਅਲ ਹੋਏਗਾ ਉਹ ਸਾਰਾ ਉਹਦੇ ਵਿੱਚ ਸਟੋਰ ਹੋ ਜਾਂਦਾ ਹੈ। ਸੋ ਦੈਟ ਇਜ਼ ਕਾਲਡ ਸੈਪਟਿਕ ਟੈਂਕ। ਅਸੀਂ ਉਹਨੂੰ ਪੰਜਾਬੀ ਵਿੱਚ ਸੇਫਟੀ ਟੈਂਕ ਵੀ ਕਹਿ ਦਿੰਦੇ ਹਾਂ। ਸੋ 50 ਲੱਖ ਰੁਪਈਆ ਵਾਜ਼ ਫਾਊਂਡ। ਸੋ ਇਹ ਵਾਲਾ ਜਿਹੜਾ ਹੁਣ ਇੱਕ ਟੈਂਸ ਹੈ, ਇੱਕ ਪੈਸਿਵ ਟੈਂਸ ਯੂਜ਼ ਕੀਤਾ ਗਿਆ ਹੈ, ਸਿੰਪਲ ਪੈਸਿਵ ਟੈਂਸ, ਯਾਨੀ ਕਿ ਇਹਦੇ ਵਿੱਚ ਕੋਈ ਐਕਟਿਵ ਟੈਂਸ ਨਹੀਂ ਹੈਗਾ। ਐਕਟਿਵ ਟੈਂਸ ਜਦੋਂ ਉਹ ਹੁੰਦਾ ਹੈ ਜਦੋਂ ਨੋਰਮਲੀ ਸਾਡੇ ਕੋਲ ਇੱਕ ਸਬਜੈਕਟ ਹੋਵੇ, ਇੱਕ ਹੈਲਪਿੰਗ ਵਰਬ ਹੋਵੇ ਔਰ ਇੱਕ ਸਾਡੇ ਕੋਲ ਮੇਨ ਵਰਬ ਹੁੰਦੀ ਹੈ। ਬਟ ਇਸ ਸੈਂਟੈਂਸ ਵਿੱਚ ਕੋਈ ਸਾਡੇ ਕੋਲ ਸਬਜੈਕਟ ਨਹੀਂ ਹੈ, ਯਾਨੀ ਕਿ ਕਿਸੇ ਇਹ ਨਹੀਂ ਦੱਸਿਆ ਗਿਆ ਵੀ ਕਿੰਨੇ ਇਸ ਕੰਮ ਨੂੰ ਕੀਤਾ ਹੈ, ਕਿੰਨੇ ਲੱਭਿਆ ਹੈ 50 ਲੱਖ ਰੁਪਇਆ। 50 ਲੱਖ ਰੁਪਇਆ ਨੂੰ ਹੀ ਉਹਨਾਂ ਨੇ ਇੱਕ ਮੇਨ ਸਬਜੈਕਟ ਦੇ ਤੌਰ 'ਤੇ ਇਸਤੇਮਾਲ ਕਰਕੇ ਲਿਖਿਆ ਹੈ। ਸੋ ਇਸ ਕੇਸ ਵਿੱਚ ਇਹਨੂੰ ਅਸੀਂ ਐਜ਼ ਅ ਪੈਸਿਵ ਟੈਂਸ ਇਸਤੇਮਾਲ ਕਰ ਰਹੇ ਹਾਂ ਇਹਨੂੰ। ਸੋ ਇਹਦਾ ਮਤਲਬ ਹੋਇਆ ਕਿ 50 ਲੱਖ ਰੁਪਏ ਲੱਭੇ ਗਏ ਸੀ, ਮਿਲੇ ਸੀ ਇਨ ਅ ਸੈਪਟਿਕ ਟੈਂਕ ਐਟ ਦ ਰੈਜ਼ੀਡੈਂਸ ਆਫ, ਕਿਸੇ ਦੀ ਰਿਹਾਇਸ਼ 'ਤੇ, ਕਿਸੇ ਦੇ ਘਰ ਦੇ ਵਿੱਚੋਂ। ਕਿਹਦੇ ਘਰੋਂ ਵਿੱਚੋਂ? ਵਨ ਆਫ ਦਾ ਮੇਨ ਰੋਬਰੀ ਅਕਿਊਜ਼ਡ ਦਾ ਮਤਲਬ ਹੁੰਦਾ ਇਹ ਦੋਸ਼ੀ, ਜੋ ਦੋਸ਼ੀ ਨੇ ਜਿਨ੍ਹਾਂ ਨੇ ਇਹ ਰੋਬਰੀ ਕੀਤੀ ਹੈ ਉਹਨਾਂ ਵਿੱਚੋਂ ਇੱਕ। ਮੇਨ ਜੋ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਘਰ ਚੋਂ ਇਹ ਪੈਸੇ ਬਰਾਮਦ ਹੋਏ ਨੇ। ਉਹਦਾ ਨਾਮ ਕੀ ਹੈ? ਮਨਜਿੰਦਰ ਸਿੰਘ ਉਹਦਾ ਨਾਮ ਹੈ। ਏਲੀਅਸ ਦਾ ਮਤਲਬ ਹੁੰਦਾ ਉਰਫ, ਜਿਵੇਂ ਕਿ ਛੋਟਾ ਨਾਮ ਅਸੀਂ ਕਹਿ ਦਿੰਦੇ ਹਾਂ। ਮਨਜਿੰਦਰ ਸਿੰਘ ਉਰਫ ਮੰਨੀ। ਹੂ ਵਾਜ਼ ਐਨ ਇੰਪਲੋਈ, ਜੋ ਇੰਪਲੋਈ ਸੀ। ਪਾਸਟ ਦੀ ਗੱਲ ਕੀਤੀ ਹੈ, ਸਿੰਪਲ ਪਾਸਟ ਵਾਜ਼ ਯੂਜ਼ ਕੀਤਾ ਹੈ। ਜਦੋਂ ਅਸੀਂ ਵਾਜ਼ ਜਾਂ ਫਿਰ ਵਰ ਐਜ਼ ਅ ਹੈਲਪਿੰਗ ਵਰਬ ਉਦੋਂ ਇਸਤੇਮਾਲ ਕਰਨੇ ਆ ਜਦੋਂ ਅਸੀਂ ਕੋਈ ਪਾਸਟ ਦੀ ਗੱਲ ਦੱਸਣੀ ਹੋਵੇ ਕਿ ਬੀਤ ਗਏ ਟਾਈਮ ਵਿੱਚ ਕੋਈ ਕੰਮ ਹੋਇਆ ਸੀ ਜਾਂ ਫਿਰ ਕੋਈ ਹੈਗਾ ਸੀ, ਕਿਸੇ ਦੀ ਸਟੇਟ ਆਫ ਬੀਇੰਗ ਸੀ। ਹੁਣ ਮਨਜਿੰਦਰ ਸਿੰਘ ਹੂ ਵਾਜ਼, ਹੁਣ ਇੱਥੇ ਕੋਮਾ ਦਿੱਤਾ ਹੋਇਆ ਹੈ। ਕੋਮਾ ਮਤਲਬ ਕਿ ਇਹਨਾਂ ਨੇ ਕੋਮਾ ਲਗਾ ਕੇ ਇੱਕ ਇਨਫੋਰਮੇਸ਼ਨ ਸਾਨੂੰ ਹੋਰ ਦੇ ਛੱਡੀ ਹੈ ਕਿ ਮਨਜਿੰਦਰ ਸਿੰਘ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਏਲੀਅਸ ਮੰਨੀ। ਹੁਣ ਇੱਥੇ ਕੋਮਾ ਲਗਾ ਕੇ ਇਹਨਾਂ ਨੇ ਇੱਕ ਐਡੀਸ਼ਨਲ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕੀਤੀ ਹੈ। ਮਨਜਿੰਦਰ ਸਿੰਘ ਕੋਮਾ ਏਲੀਅਸ ਮੰਨੀ, ਮਨਜਿੰਦਰ ਸਿੰਘ ਉਰਫ ਮੰਨੀ ਪਲੱਸ ਮਨਜਿੰਦਰ ਸਿੰਘ ਬਾਰੇ ਹੁਣ ਇਹ ਇੱਕ ਐਡੀਸ਼ਨਲ ਇਨਫੋਰਮੇਸ਼ਨ ਹੋਰ ਦੇਣਾ ਚਾਹੁੰਦੇ ਨੇ ਕਿ ਮਨਜਿੰਦਰ ਸਿੰਘ ਕੌਣ ਸੀ। ਹੂ, ਜੋ ਕਿ ਵਾਜ਼ ਐਨ ਇੰਪਲੋਈ ਆਫ ਦ ਕੰਪਨੀ। ਮਨਜਿੰਦਰ ਸਿੰਘ ਉਰਫ ਮੰਨੀ ਜੋ ਕਿ ਉਸੇ ਕੰਪਨੀ ਦਾ ਹੀ ਇੱਕ ਮੁਲਾਜ਼ਮ ਸੀ, ਇੱਕ ਇੰਪਲੋਈ ਸੀ। ਸੋ ਜਦੋਂ ਕਿਸੇ ਦੇ ਬਾਰੇ ਐਡੀਸ਼ਨਲ ਇਨਫੋਰਮੇਸ਼ਨ ਸਾਨੂੰ ਅਸੀਂ ਦੇਣੀ ਹੁੰਦੀ ਹੈ, ਅਸੀਂ ਕੋਮਾ ਲਗਾ ਕੇ ਇੱਕ ਨਵਾਂ ਕਲੋਜ਼ ਬਣਾ ਕੇ ਉਸ ਦੀ ਇਨਫੋਰਮੇਸ਼ਨ ਐਡ ਔਨ ਕਰ ਸਕਦੇ ਹਾਂ। ਸੋ ਇਹਨਾਂ ਨੇ ਵੀ ਇੱਦਾਂ ਹੀ ਕੀਤਾ ਹੈ, ਕੋਮਾ ਲਗਾ ਕੇ ਹੁਣ ਦੱਸਿਆ ਕਿ ਮਨਜਿੰਦਰ ਸਿੰਘ ਜੋ ਕਿ ਇੰਪਲੋਈ ਸੀ ਉਸੇ ਕੰਪਨੀ ਦਾ, ਫੁੱਲ ਸਟਾਪ ਲਗਾਤਾ ਹੈ। ਹੁਣ ਇੱਥੇ ਹੈ ਸੈਂਟੈਂਸ ਕੰਪਲੀਟ ਹੋ ਗਿਆ ਹੈ। ਹੁਣ ਨੈਕਸਟ ਪੈਰਾਗ੍ਰਾਫ ਵਿੱਚ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਇੱਕ ਨਵੀਂ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਸੋ ਦ ਪੁਲਿਸ ਇੱਕ ਪਲੂਰਲ ਵਰਡ ਹੁੰਦਾ ਹੈ, ਇੱਕ ਤੋਂ ਜ਼ਿਆਦਾ, ਜਿਵੇਂ ਕਿ ਮਿਲਟਰੀ ਆਫੀਸਰਸ ਵਗੈਰਾ ਹੁੰਦੇ ਨੇ ਜਾਂ ਪੁਲਿਸ ਆਫੀਸਰਸ ਹੁੰਦੇ ਨੇ। ਪੁਲਿਸ ਨੂੰ ਸਿੰਗੂਲਰ ਅਸੀਂ ਕਾਊਂਟ ਨਹੀਂ ਕਰਦੇ, ਪੁਲਿਸ ਨੂੰ ਹਮੇਸ਼ਾ ਪਲੂਰਲ ਵਿੱਚ ਹੀ ਕਾਊਂਟ ਕਰਦੇ ਹਾਂ। ਹੁਣ ਦ ਕਿਉਂ ਲਗਾਇਆ? ਕਿਉਂਕਿ ਉਹ ਪੁਲਿਸ ਇੱਕ ਸਪੈਸੀਫਿਕ ਪੁਲਿਸ ਹੈ, ਲੁਧਿਆਣਾ ਪੁਲਿਸ ਦੀ ਗੱਲ ਹੋ ਰਹੀ ਹੈ ਜੋ ਇਸ ਇਨਵੈਸਟੀਗੇਸ਼ਨ ਨੂੰ ਕਰ ਰਹੀ ਸੀ, ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ। ਇਸ ਕਰਕੇ ਇਹਨਾਂ ਨੇ ਦ ਐਜ਼ ਅ ਸਪੈਸੀਫਿਕ ਵਰਡ ਯੂਜ਼ ਕਰਨ ਵਾਸਤੇ ਇਹਨਾਂ ਦੇ ਨਾਲ ਦ ਲਗਾ ਦਿੱਤਾ ਹੈ। ਦ ਪੁਲਿਸ ਡਿਸਕਲੋਜ਼ਡ ਦਾ ਮਤਲਬ ਹੁੰਦਾ ਹੈ ਜੋ ਚੀਜ਼ ਉਜਾਗਰ ਕਰ ਦੇਣਾ, ਕਿਸੇ ਨੂੰ ਦੱਸ ਦੇਣਾ, ਕਿਸੇ ਦੇ ਧਿਆਨ ਵਿੱਚ ਲੈ ਕੇ ਆਉਣਾ। ਸੋ ਦ ਪੁਲਿਸ ਡਿਸਕਲੋਜ਼ਡ ਯੈਸਟਰਡੇ, ਕੱਲ੍ਹ ਪੁਲਿਸ ਨੇ ਦੱਸਿਆ, ਉਜਾਗਰ ਕੀਤਾ, ਯਾਨੀ ਕਿ ਮੀਡੀਆ ਦੇ ਅੱਗੇ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ, ਆਪਣੀ ਗੱਲ ਰੱਖੀ। ਦੈਟ 6 ਅਕਿਊਜ਼ਡ, 6 ਦੋਸ਼ੀ ਵਰ ਅਰੈਸਟਡ, 6 ਦੋਸ਼ੀਆਂ ਨੂੰ ਅਰੈਸਟਡ ਕੀਤਾ। ਐਂਡ ਹੁਣ ਇੱਥੇ ਐਂਡ ਲਗਾਤਾ ਹੈ, ਯਾਨੀ ਕਿ ਇੱਥੇ ਹੁਣ ਦੋ ਇਨਫੋਰਮੇਸ਼ਨ ਦਿੱਤੀਆਂ ਜਾ ਰਹੀਆਂ ਨੇ
ਇੱਕ ਇਨਫੋਰਮੇਸ਼ਨ ਕੀ ਹੈ ਕਿ 6 ਦੋਸ਼ੀਆਂ ਨੂੰ ਅਰੈਸਟ ਕੀਤਾ ਹੈ ਔਰ ਦੂਸਰੀ ਇਨਫੋਰਮੇਸ਼ਨ ਕੀ ਹੈ ਅਰਾਊਂਡ ₹5 ਕਰੋੜ ਰਿਕਵਰਡ ਯਾਨੀ ਕਿ ਹੁਣ ਸਿੰਪਲ ਪਾਸਟ ਇਹਨਾਂ ਨੇ ਇੱਥੇ ਯੂਜ਼ ਕੀਤਾ ਹੈ, ਸਿੰਪਲ ਪਾਸਟ ਟੈਂਸ, ਰਿਕਵਰ ਦੀ ਸੈਕਿੰਡ ਫਾਰਮ ਰਿਕਵਰਡ ਯੂਜ਼ ਕੀਤੀ ਇਹਨਾਂ ਨੇ ਔਰ ਇੱਥੇ ਵੀ ਇਹਨਾਂ ਨੇ ਅਰੈਸਟ ਦੀ ਸੈਕਿੰਡ ਫਾਰਮ ਅਰੈਸਟਡ ਯੂਜ਼ ਕੀਤੀ ਹੈ। ਸੋ 6 ਅਕਿਊਜ਼ਡ ਵਰ ਅਰੈਸਟਡ। ਹੁਣ ਇਹ ਵੀ ਇੱਕ ਸਿੰਪਲ ਪੈਸਿਵ ਟੈਂਸ ਇਹਨਾਂ ਨੇ ਯੂਜ਼ ਕੀਤਾ, ਐਕਟਿਵ ਟੈਂਸ ਨਹੀਂ ਹੈ। ਅਕਿਊਜ਼ਡ ਵਰ ਅਰੈਸਟਡ ਯਾਨੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਕਟਿਵ ਟੈਂਸ ਉਹ ਹੁੰਦਾ ਜਦੋਂ ਇੱਥੇ ਇੱਕ ਸਬਜੈਕਟ ਹੋਵੇ, ਇੱਕ ਉਹਦੀ ਹੈਲਪਿੰਗ ਵਰਬ ਹੋਵੇ ਔਰ ਇੱਕ ਮੇਨ ਵਰਬ ਹੋਵੇ। ਹੁਣ ਇੱਥੇ ਜੋ ਦੋਸ਼ੀ ਨੇ, ਜੋ ਸਬਜੈਕਟ ਹੈ, ਉਹਨਾਂ ਨੇ ਕੰਮ ਨਹੀਂ ਕੀਤਾ, ਉਹ ਡੂਵਰ ਨਹੀਂ ਹੈਗੇ, ਕਿਸੇ ਹੋਰ ਨੇ ਕੰਮ ਕੀਤਾ ਹੈ ਇਹਨਾਂ ਦੇ ਲਈ ਜਾਂ ਇਹਨਾਂ ਦੇ ਵਾਸਤੇ। ਸੋ ਯਾਨੀ ਕਿ ਓਬਵੀਅਸਲੀ ਹੁਣ ਅਸੀਂ ਪੁਲਿਸ ਦੀ ਗੱਲ ਕरें ਕਿ ਪੁਲਿਸ ਨੇ ਹੀ ਇਹਨਾਂ ਨੂੰ ਅਰੈਸਟ ਕੀਤਾ ਹੈ। ਸੋ ਦੇ ਵਰ ਅਰੈਸਟਡ। ਪੈਸਿਵ ਟੈਂਸ ਆਪਾਂ ਇੱਦਾਂ ਲਿਖਦੇ ਹਾਂ ਜਿਵੇਂ ਆਪਾਂ ਸਕੂਲ ਵਿੱਚ ਵੀ ਪੜ੍ਹਿਆ ਹੋਏਗਾ ਕਿ ਇਹ ਕੰਮ ਉਹਦੇ ਦੁਆਰਾ ਕੀਤਾ ਗਿਆ। ਜ਼ਿਆਦਾਤਰ ਅਸੀਂ ਇਸ ਤਰੀਕੇ ਨਾਲ ਹੀ ਸਕੂਲ ਵਿੱਚ ਪੈਸਿਵ ਟੈਂਸ ਨੂੰ ਇਸਤੇਮਾਲ ਕੀਤਾ ਹੈ, ਲੇਕਿਨ ਨਿਊਜ਼ਪੇਪਰ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਲਿਖਿਆ ਜਾਂਦਾ। ਜੋ ਸੈਕਿੰਡ ਕਲੋਜ਼ ਹੁੰਦਾ ਕਿ ਕਿਸ ਦੇ ਦੁਆਰਾ ਇਹ ਕੰਮ ਕੀਤਾ ਗਿਆ, ਉਸ ਨੂੰ ਉਹਦੀ ਇਨਫੋਰਮੇਸ਼ਨ ਇਹਦੇ ਵਿੱਚ ਨਹੀਂ ਦਿੱਤੀ ਜਾਂਦੀ ਨੋਰਮਲੀ। ਸੋ ਫਸਟ ਕਲੋਜ਼ ਜਿਹੜਾ ਹੁੰਦਾ ਹੈ ਕਿ ਇਹ ਕੰਮ ਕੀਤਾ ਗਿਆ, ਉਸ ਦੀ ਹੀ ਇਨਫੋਰਮੇਸ਼ਨ ਇਹਦੇ ਵਿੱਚ ਦਿੱਤੀ ਜਾਂਦੀ ਹੈ। ਸੋ ਇਸ ਕੇਸ ਵਿੱਚ ਵੀ ਇੱਦਾਂ ਹੀ ਕੀਤਾ ਗਿਆ ਹੈ ਕਿ ਅਕਿਊਜ਼ਡ ਵਰ ਅਰੈਸਟਡ। ਅਕਿਊਜ਼ਡ ਯਾਨੀ ਕਿ ਜੋ ਦੋਸ਼ੀ ਸੀ ਉਹ ਅਰੈਸਟ ਕਰ ਲਿੱਤੇ ਗਏ ਸੀ। ਐਂਡ ਅਰਾਊਂਡ ₹5 ਕਰੋੜ ਰਿਕਵਰਡ। 5 ਕਰੋੜ ਰਿਕਵਰ ਕਰ ਲਿੱਤੇ ਗਏ ਸੀ ਫਰੋਮ ਦੈਮ, ਉਹਨਾਂ ਦੇ ਕੋਲੋਂ। ਨਾਓ ਯਾਨੀ ਕਿ ਹੁਣ ₹5.7 ਕਰੋੜ ਹੈਜ਼ ਬੀਨ ਰਿਕਵਰਡ। ਅਗੇਨ ਇਹਨਾਂ ਨੇ ਪੈਸਿਵ ਟੈਂਸ ਦਾ ਇਸਤੇਮਾਲ ਕੀਤਾ ਹੈ। 5 ਕਰੋੜ 75 ਲੱਖ ਰੁਪਏ ਰਿਕਵਰਡ ਕਰ ਲਿੱਤੇ ਗਏ ਨੇ। ਹੁਣ ਤੱਕ 5 ਕਰੋੜ 75 ਲੱਖ ਰੁਪਏ ਰਿਕਵਰ ਕਰ ਲਿੱਤੇ ਗਏ ਨੇ। 5 ਅਕਿਊਜ਼ਡ। ਹੁਣ 5 ਅਕਿਊਜ਼ਡ ਜੋ ਨੇ, ਦੋਸ਼ੀ ਨੇ, ਆਰ ਸਟਿਲ ਐਟ ਲਾਰਜ। ਐਟ ਲਾਰਜ ਦਾ ਮਤਲਬ ਹੁੰਦਾ ਫਰਾਰ ਚੱਲ ਰਹੇ ਨੇ। ਹਜੇ ਵੀ, ਸਟਿਲ ਦਾ ਮਤਲਬ ਹੁੰਦਾ ਹਜੇ ਵੀ, ਆਰ ਮਤਲਬ ਹੁਣ ਪ੍ਰੈਜ਼ੈਂਟ ਦੀ ਗੱਲ ਕੀਤੀ ਉਹਨਾਂ ਨੇ ਵੀ ਹਜੇ ਵੀ ਚੱਲ ਰਹੇ ਨੇ, ਹਜੇ ਵੀ ਫਰਾਰ ਨੇ। ਸੋ ਇਸ ਤਰੀਕੇ ਦੇ ਨਾਲ ਅਸੀਂ ਨਿਊਜ਼ਪੇਪਰ ਰੀਡ ਕਰ ਸਕਦੇ ਹਾਂ। ਨੋਰਮਲੀ ਨਿਊਜ਼ਪੇਪਰਸ ਵਿੱਚ ਪੈਸਿਵ ਟੈਂਸਿਸ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ, ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਸਾਨੂੰ ਪੈਸਿਵ ਟੈਂਸ ਦੀ ਵੀ ਥੋੜ੍ਹੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ ਨਿਊਜ਼ਪੇਪਰ ਰੀਡ ਕਰਨ ਦੇ ਲਈ, ਕਿਉਂਕਿ ਇਹਦੇ ਵਿੱਚ ਜੋ ਨੋਰਮਲੀ ਗੱਲਾਂ ਜੋ ਆਉਂਦੀਆਂ ਨੇ ਉਹ ਇਹ ਨਹੀਂ ਹੁੰਦਾ ਕਿ ਇਸ ਪਰਸਨ ਨੇ ਇੱਦਾਂ ਕੀਤਾ, ਇਸ ਪਰਸਨ ਨੇ ਇੱਦਾਂ ਕੀਤਾ। ਜ਼ਿਆਦਾਤਰ ਗੱਲਾਂ ਇੱਦਾਂ ਹੁੰਦੀਆਂ ਜਿਵੇਂ ਕਿ ਕੋਈ ਹੁਣ ਰੋਬਰੀ ਦੀ ਹੀ ਅਸੀਂ ਇਨਫੋਰਮੇਸ਼ਨ ਪੜ੍ਹ ਰਹੇ ਸੀ ਕਿ ਪੁਲਿਸ ਨੇ ਕੇਸ ਰਜਿਸਟਰ ਕਰ ਲਿੱਤਾ, ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ। ਸੋ ਇਸ ਤਰੀਕੇ ਦੇ ਜੋ ਸੈਂਟੈਂਸਿਸ ਬਣਦੇ ਨੇ ਉਹਦੇ ਵਾਸਤੇ ਸਾਨੂੰ ਪੈਸਿਵ ਟੈਂਸਿਸ ਦਾ ਹੀ ਇਸਤੇਮਾਲ ਕਰਨਾ ਪੈਂਦਾ ਹੈ। ਸੋ ਇਸ ਨਿਊਜ਼ ਵਿੱਚ ਫਿਲਹਾਲ ਇੱਕ ਛੋਟਾ ਜਿਹਾ ਟੌਪਿਕ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸੀ ਇਸ ਵੀਡੀਓ ਵਿੱਚ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ। ਅਸੀਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਹੋਰ ਨਿਊਜ਼ ਨੂੰ ਰੀਡ ਕਰੀਏ ਤਾਂ ਕਿ ਨਵੇਂ ਸੈਂਟੈਂਸਿਸ ਵੀ ਅਸੀਂ ਯੂਜ਼ ਕਰ ਸਕੀਏ ਅਤੇ ਨਿਊਜ਼ਪੇਪਰ ਰੀਡਿੰਗ ਨੂੰ ਈਜ਼ੀ ਬਣਾ ਸਕੀਏ। ਆਈ ਹੋਪ ਜੇ ਵੀਡੀਓ ਅੱਛੀ ਲੱਗੀ ਹੋਏਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਜੇ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਾਡਾ ਪੇਜ ਨੂੰ ਫੋਲੋ ਜ਼ਰੂਰ ਕਰਿਓ। ਮੈਂ ਇਸ ਪੇਜ 'ਤੇ ਤੁਹਾਡੇ ਵਾਸਤੇ ਹੋਰ ਨਵੀਂ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ ਨਿਊਜ਼ਪੇਪਰ ਰੀਡਿੰਗ ਤੋਂ ਵੀ ਇਲਾਵਾ। ਸੋ ਥੈਂਕ ਯੂ ਸੋ ਮਚ।